ਹੁਣ ਦੱਸੋ ਜੀ, ਹੁਣ ਗੱਲ ਕਰੋ, ਕੀ ਕਹਿੰਦੇ ਹੋ? ਤੁਸੀਂ ਆਪਣੀ ਜ਼ਿੰਦਗੀ ਦਾ, ਤੁਸੀਂ ਆਪੇ ਤਾਂ ਕਿਹਾ ਜ਼ਿੰਦਗੀ ਦਾ ਤਜਰਬਾ। ਅੱਛਾ, ਤੁਸੀਂ ਆਪਣੀ ਜ਼ਿੰਦਗੀ ਦਾ ਵੀ ਤਜਰਬਾ ਹੀ ਦੱਸੋ। ਸਾਡੀ ਜ਼ਿੰਦਗੀ ਦਾ ਤਜਰਬਾ ਇਹ ਹੋਈ ਹੈ, ਦੇਖ ਲੈ ਮੈਂ ਦੇਖ ਲਿਆ ਉਹ ਸਾਰਿਆਂ ਨਹੀਂ ਇੰਝ ਹੀ ਹੈ, ਬੇਸ਼ੱਕ, ਬਿਲਕੁਲ। ਚਲੋ, ਸਾਡਾ ਸ਼ਹਿਜ਼ਾਦਾ ਜੀ ਵੀ ਹੱਸ ਰਹੇ ਨੇ ਨਾਲ। ਹਾਂ ਵੀ ਇੱਧਰ ਤੁਸੀਂ ਕਿੰਨੀ ਦੇਰ ਤੋਂ ਇੱਥੇ ਆ ਰਹੇ ਹੋ? रहने तो कितने जाना है बड़े साल हो बारे काम धंधा करते रहे तावी चपेरे। अच्छा, बड़े साल हो गए दादू के टाइम पे भी इतने ही हाजरी देते रहने। माशाअल्लाह, बड़े अरसा साल तो ये जिले मलंग बैठे हैं ना। जी जी जी, अल्हम्दुलिल्लाह बड़ा अरसा साल हो गया। अच्छा हाँ जी, अच्छा, यानी ਇੱਥੇ अच्छा मौले आजम जिंदा ही है। तो नारगली किथे है? देखो ना, मौले आजम की गल की ना, नारगली भी होती अच्छा अच्छा अच्छा। चलो देखो ना, ਵੱਡਿਆਂ ਕੋਲ बैठो तो बड़े पुरानियां वो कहते ना, वो रात चो तुसी इस तरह करो ना खुदरो, उन्होंने जो बड़ा कुछ निकलता है। चलो क्या बात है, सुभान अल्लाह सुभान अल्लाह, बेशक बेशक। ਉਹ ਜਿਹੜੇ ਵੀ ਲਿੰਕ ਪੈਦਾ ਕਰਦਾ ਨਾ, ਤੁਸੀਂ ਦੇਖੋ ਨਾ, ਉਹ ਤਾਂ ਜੀ ਜੀ ਸਰ ਜੀ, ਜ਼ਾਹਰ ਹੈ ਆਏ ਕਿੱਥੋਂ ਉਹ ਵੀ ਤੁਹਾਨੂੰ ਪਤਾ ਹੈ, ਜਾਣਾ ਕਿੱਥੇ ਉਹ ਵੀ ਤੁਹਾਨੂੰ ਪਤਾ ਹੈ, ਤੇ ਲੈਣ ਕੀ ਆਇਆ ਉਹ ਵੀ ਤੁਹਾਨੂੰ ਪਤਾ। ਵੱਡੇ ਹੋ, ਤੁਸੀਂ ਦੱਸਣਾ, ਦੱਸਣਾ ਤੁਸੀਂ ਹੈ, ਅਸੀਂ ਤਾਂ ਸਿੱਖਣਾ ਤੁਹਾਡੇ ਕੋਲੋਂ। ਨਹੀਂ, ਸ਼ੁਰੂ ਤੋਂ ਕਹੋ ਨਾ, ਆਏ ਕਿੱਥੋਂ ਆ। ਦੇਖੋ ਨਾ, 3 ਗੱਲਾਂ ਤੁਸੀਂ ਮੈਨੂੰ ਕੀਆਂ, ਮੈਂ ਤੁਹਾਨੂੰ ਹੀ ਗਿਆ ਵੱਡੇ ਤੁਸੀਂ ਹੋ, ਜਵਾਬ ਤੁਸੀਂ ਦੇਣਾ। ਆਏ ਕਿੱਥੋਂ ਆ, ਲੈਣ ਕੇ ਆਏ ਆ, ਤੇ ਜਾਣਾ ਕਿੱਥੇ ਹੈ? ਆਏ ਕਿੱਥੋਂ ਆ, ਤੁਸੀਂ ਜਾਣਦਾ ਤਾਂ ਆਏ ਕਿਉਂ ਆ, ਇਹ ਤਾਂ ਦੱਸ ਦਿੱਤਾ, ਰਾਹੇ ਦੀ ਨਿਜਾਤ ਵਾਸਤੇ। ਮਕਾਮੇ ਹੱਕ ਦੀ ਰੂਲੀ ਮਕਾਮੇ ਹੱਕ ਦੀ ਜਾਂਦੀ ਹੈ, ਜਿਹੜਾ ਰਸਾ ਹੁੰਦਾ ਉਹ ਰਸਾ ਜਾਂਦਾ, ਉਹ ਰਸਾ ਹੀ ਕੋਈ ਨਹੀਂ। ਬੇਸ਼ੱਕ ਸਾਰੇ ਦੀ ਰੂਈ ਆਉਂਦੀ ਤੇ ਸਾਰੇ ਦੀ ਜਾਂਦੀ ਹੈ, ਜੇ ਟਾਈਮ ਆਪਣਾ ਪੂਰਾ ਕਰਕੇ ਚਲੇ। ਅੱਛਾ, ਉਹ ਹੀ ਰਾਹ ਹੁੰਦਾ ਤੇ ਉਹ ਹੀ ਜਾਂਦਾ। ਸਮਾਂ ਦੀ ਜ਼ਿੰਦਗੀ ਅੱਲਾਹ। ਅਸਲ 'ਚ ਦੇਖੋ ਜੀ, ਬਜ਼ੁਰਗ ਪੁਰਾਣੇ ਕਹਿੰਦੇ ਸੀ, ਛੋਟੇ ਛੋਟੇ ਹੁੰਦੇ ਸੀ ਨਾ ਅਸੀਂ, ਤਾਂ ਇਹੋ ਹੀ ਕਹਿੰਦੇ ਸੀ ਕਿ ਬਜ਼ੁਰਗਾਂ ਦੀ ਮਹਿਫਿਲ 'ਚ ਬੈਠੋ, ਉੱਥੇ ਤੁਹਾਨੂੰ ਬਹੁਤ ਕੁਛ ਮਿਲੇਗਾ। ਇਹ ਉਹੀ, ਯਾਨੀ ਇਹ ਹੀਰੇ ਨੇ, ਇਹ ਲਾਲ ਨੇ, ਇਹਨਾਂ ਦੀਆਂ ਗੱਲਾਂ, ਇਹ ਹੀਰੇ ਨੇ, ਇਹ ਲਾਲ ਨੇ, ਕਿ ਇਹਨਾਂ ਦੇ ਅੱਜ ਕੱਲ੍ਹ ਤਾਂ ਹੁਣ ਦੌਰ ਹੀ ਖਤਮ ਹੋ ਗਿਆ। ਇਹ ਬਲਕਿ ਮੇਰੇ ਜੀ ਜੀ ਲਾਲਾ ਦੇ ਜ਼ਮਾਨੇ, ਲਾਲਾ ਦੇ ਨਜ਼ਾਰੇ ਹੋ, ਗਲੀਆਂ ਦੇ ਵਿੱਚ ਜ਼ਮਾਨੇ ਦੇ ਲਾਲਾ ਦੇ ਨਜ਼ਾਰੇ ਹੋ। ਬੇਸ਼ੱਕ ਪਤਾ ਤਾਂ ਲੱਗੇ ਵੀ ਲਾਲ ਹੈ ਕੀ, ਕਿਹਨੂੰ ਆਂਦੇ ਨੇ ਲਾਲ। ਐ ਤਾਂ ਬਜ਼ੁਰਗੋ ਤੁਸੀਂ ਦੱਸਣਾ ਨਾ, ਫਿਰ ਅਸੀਂ ਸਾਨੂੰ ਜਿਹਨਾਂ ਜਿਹੜੀ ਚੀਜ਼ਾਂ ਦਾ ਨਹੀਂ ਪਤਾ, ਅਸੀਂ ਤੁਹਾਡੇ ਕੋਲ ਆਏ। अच्छा, ऐसी लाल है, जो नहीं है तो कुछ भी नहीं है। बेशक माना ये महफिल जुमा है, ऐसी है। क्या बात है, ये दिल का तो जुमा है, नजर को यकीन है। ओहो, जबरदस्त कलाम भाजी। ये महफिल जुमा है, ऐसी है। जबरदस्त। दिल की ये धड़कन ठहर जा, बाबा जान बैठे, मिल गई मंजिल मुझे, बाबा जान, आपकी नजरों ने समझा, दादा जान, प्यार के काबिल मुझे, आपकी नजरों ने समझा, प्यार के काबिल मुझे। क्या बात है, प्यार किया नहीं जाता, हो जाता है, लिया नहीं जाता, दिया जाता है। बेशक, जो माने ना माने उसको फिर भी मिला जाता, प्यार का मतलब। बेशक प्यार तो चीज़ जो कि है ना, कि प्यार नाल तुसी जे जान मांग लो,
ਵੱਡਿਆਂ ਨੇ ਇਹ ਵੀ ਕਿਹਾ ਨਾ ਪਿਆਰ ਨਾਲ ਤਾਂ ਤੁਸੀਂ ਜਾਨ ਮੰਗ ਲਓ ਅੱਲਾ ਤੇ ਵਰਨਾ ਮੇਰੇ ਵੱਲ ਦੇਖੀ ਨਾ ਪਿਆਰ ਦੀ ਰੁੱਤ ਸਦਾ ਬਹਾਰ ਹੈ। ਇਸ ਤਰ੍ਹਾਂ ਹੀ ਹੈ ਨਾ ਦੇਖੋ ਨਾ ਵੱਡੇ ਅਸੀਂ ਸੁਣ ਜਿਹੜੇ ਹੁੰਦੇ ਸੀ ਨਾ ਤਾਕਤਵਰ ਉਹ ਵਾਕਈ ਯਾਨੀ ਮੈਂ ਮਜ਼ਾਕ ਨਹੀਂ ਕਰਦਾ ਪਿਆ ਉਹ ਕਹਿੰਦੇ ਸੀ ਭਲਿਆ ਪਿਆਰ ਨਾਲ ਜਾਨ ਮੰਗ ਲੈ ਆਇਆ ਜਾਨ ਦੇ ਦਿਆਂਗੇ ਜਾਨ ਦੇ ਦੇਵਾਂਗੇ ਵਰਨਾ ਤੂੰ ਮੇਰੇ ਨਾਲ ਤਿਰਛੀ ਨਜ਼ਰ ਨਾਲ ਦੇਖੇਗਾ ਨਾ ਜਾਂ ਉਹ ਜਿਹਾ ਤਾਂ ਦੇ ਹੀ ਨਾ ਫਿਰ ਤੇਰੀ ਖੈਰ ਨਹੀਂ ਫਿਰ ਮੈਂ ਲੰਮੇ ਪਾ ਦਿਆਂ ਫਿਰ ਮੈਂ ਲੰਮਿਆ ਪਾ ਜ਼ਾਹਰ ਮੇਰੀ ਵੀ ਹੁਣ 55 ਸਾਲ ਉਮਰ ਹੋ ਗਈ ਨਾ ਯਾਨੀ 52 53 ਸਾਲ ਤੋਂ ਮੈਂ ਥੋੜਾ ਬਹੁਤ ਦੁਨੀਆ ਨੂੰ ਮੈਂ ਵੀ ਦੇਖ ਹੀ ਰਿਹਾ ਇਹ ਮੇਰੇ ਬਾਬਾ ਜੀ ਨੇ ਤੇ ਸਾਡੇ ਵੱਡੇ ਫਿਰ ਸਾਡੇ ਤੋਂ ਜ਼ਿਆਦਾ ਵੱਡੇ ਜਿਹੜਾ ਨਾ ਇਹਨਾਂ ਨੇ ਜ਼ਾਹਰ ਇਹਨਾਂ ਨੇ ਸਾਡੇ ਤੋਂ ਵੀ ਭਾਈ ਜਿਵੇਂ ਜਿਵੇਂ ਫਿਰ ਟਲਦਾ ਜਾਂਦਾ ਨਾ ਫਿਰ ਪਿਛਾ ਮਾਜੀ ਨੂੰ ਯਾਦ ਕਰਦਾ। ਮਾਜ਼ੀ ਨੂੰ ਹਕੀਕਤ ਗੱਲ ਇਹ ਕੋਈ ਸ਼ੱਕ ਨਹੀਂ ਇਹ ਕੋਈ ਸ਼ੱਕ ਨਹੀਂ ਹਾਂਜੀ ਹੈਗਾ ਗਾਂ ਨੂੰ ਚੜਦਾ ਤੋਂ ਗਾਂ ਵੇਂਦਾ ਹਾਂਜੀ ਗਾਂ ਤੋਂ ਅਗਾਂਹ ਚੱਲਦਾ ਹਾਂਜੀ ਦੁਨੀਆ 'ਚ ਫਸਦਾ। ਦੇਖੋ ਜਦੋਂ ਬੰਦਾ ਜਵਾਨ ਹੁੰਦਾ ਨਾ ਜਦੋਂ ਬੰਦਾ ਜਵਾਨੀ ਦੀ ਤਰਫ ਜਾਂਦਾ ਉਦੋਂ ਦੇਖਦਾ ਅਗਾਂਹ ਨੂੰ ਤੇ ਜਦੋਂ ਜਵਾਨੀ ਢਲ ਜਾਂਦੀ ਉਹ ਬੁਢਾਪੇ ਵੱਲ ਜਾਂਦਾ ਫਿਰ ਉਹ ਪਿਛਾਂਹ ਨੂੰ ਦੇਖਦਾ ਹਾਂ ਮੈਂ ਤੁਹਾਨੂੰ ਆਪਣੀ ਮਿਸਾਲ ਦੱਸਣਾ ਮੇਰਾ ਬਚਪਨ ਕੈਰੇ ਸ਼ਾਪ ਗੁਜ਼ਰਿਆ ਰੇਲਵੇ ਕੁਆਟਰਾਂ 'ਚ ਵਾਹ ਤੇ ਮੈਂ ਅਕਸਰ ਜਾ ਕੇ ਆਪਣੇ ਕੁਆਟਰ ਦਾ ਹਾਲਾਂਕਿ ਉਹ ਵੀ ਸਾਡੇ ਜਾਣਨ ਵਾਲੇ ਉਹ ਕਹਿੰਦੇ ਸੀ ਆਓ ਜੀ ਅੰਦਰ ਖਾਨ ਸਾਹਿਬ ਅੰਦਰ ਬੈਠੋ ਮੈਂ ਕਿਹਾ ਨਹੀਂ ਮੇਰੇ ਪੁੱਤਰ ਮੈਨੂੰ ਮੰਜੀ ਬਾਹਰ ਲਿਆ ਦੇ ਮੈਂ ਇੱਥੇ ਲੇਟਣਾ ਮੈਂ ਆਪਣੇ ਬਚਪਨ 'ਚ ਜਾਣਾ ਅੱਲਾ ਤੂੰ ਮੈਨੂੰ ਮੰਜੀ ਲਿਆ ਦੇ ਕਹਿੰਦਾ ਚਾਹ ਪਾਣੀ ਮੈਂ ਕਿਹਾ ਪੁੱਤਰ ਤੈਨੂੰ ਜੋ ਗੱਲ ਕਹਿ ਰਿਹਾ ਮੈਨੂੰ ਇਹ ਮੰਜੀ ਲਿਆ ਦੇ ਮੈਂ ਆਪਣੇ ਬਚਪਨ 'ਚ ਜਾਣਾ ਤੇ ਮੁੜ ਕੇ ਮੰਜੀ ਵੀ ਤੇਰੇ ਹਵਾਲੇ ਕੋਈ ਚੁੱਕ ਕੇ ਲੈ ਗਿਆ ਮੈਂ ਪਤਾ ਨਹੀਂ ਕਿਸ ਟਾਈਮ ਉੱਠ ਕੇ ਚਲਾ ਜਾਵਾਂ ਅੱਲਾ ਮੇਰਾ ਕੋਈ ਪਤਾ ਨਹੀਂ ਮੇਰਾ ਕੋਈ ਪਤਾ ਨਹੀਂ ਵਾਹ ਵਾਹ ਤੇ ਸਾਡੀਆਂ ਹੁਣ ਉਮਰਾਂ ਉਹ ਨੇ ਕਿ ਅਸੀਂ ਆਪਣੇ ਬਚਪਨ ਨੂੰ ਹੀ ਦੇਖਣਾ ਜਾਂ ਬਚਪਨ ਦੇ ਲੋਕਾਂ ਨੂੰ ਉਹਨਾਂ ਨੂੰ ਵੀ ਮਿਲ ਕੇ ਅੱਛਾ ਬੜਾ ਤੁਸੀਂ ਕੈਲਸ਼ੀਅਮ ਨੂੰ ਦੇਖ ਲਓ ਮੈਂ ਕਰ ਸਕਦਾ ਉਹ ਇੱਕ ਇਹ ਪਾਣੀ ਦਾ ਬੁਲਬੁਲਾ ਵੀ ਇੱਕ ਹੁੰਦਾ ਹੈ ਤੇ ਉਹ ਮੈਂ ਫੌਤ ਹੋ ਗਿਆ ਹਾਂ ਤੂੰ ਬਹੁਤ ਫੌਤ ਹੋ ਗਿਆ ਉਹ ਮੇਰੇ ਭਾਈ ਨਾਲ ਕੰਮ ਕਰਦਾ ਸੀ और ਵੱਡੇ उन्होंने गाया भी है पानी का बुलबुला ਉਹ ਮੇਰੇ ਵੱਡੇ ਭਾਈ ਨਾਲ ਕੰਮ कोई ਕਰਦਾ खाला पीला मौजूद ਇਸ ਤਰ੍ਹਾਂ ਬਿਲਕੁਲ ये पानी का बुलबुला है हाँ जी ਉਹ ਮੇਰੇ ਵੱਡੇ ਭਾਈ ਨਾਲ ਕੰਮ ਕਰਦੇ ਸੀ ਔਰ ਇਸ ਇੱਕੋ ਹੀ ਔਰ ਮੇਨ ਮੇਰੇ ਹਾਲੇ ਉਹਦਾ ਹੈਗਾ ਵੀ ਇਹੀ ਇੱਕੋ ਹੀ ਹੈ अच्छा ਹੋਰ ਉਹਨੇ ਕੁਝ ਗਾਇਆ ਵੀ ਨਹੀਂ ਆਂਦਾ बड़ा शानदार गाया है ਲੇਕਿਨ ਉਹ ਡਰਾਮਿਆਂ 'ਚ ਆ ਗਿਆ ਤਾਂ ਵੈਸੇ ਉਹਨੇ ਜਿਹੜਾ ਕੀਤਾ एक बारी मेरे फोन आ गया ਹਾਂ ਹਾਂ कि मैंने पूछा मैंने कौन आता आप कौन है मैं कहा बुलबुला आंटा मैंने की चप्पल में फोन किया मैंने और भाई नहीं मेरा नाम बुलबुला है हाँ हाँ चलो ठीक है आपका नाम बुलबुला है भाई नहीं ये मैंने बुलबुला को नहीं किया भाई आपका रोन नंबर ही होगा फिर गल सुन के बड़ा हंसा ਉਹਨੇ ਫਿਰ ਇੰਗਲਿਸ਼ 'ਚ ਵੀ ਇਹਨੂੰ ਆਇਆ ਮੁਖਤਲਿਫ ਜ਼ਬਾਨਾਂ 'ਚ ਇਹਨੂੰ ਪਾਣੀ ਦੇ ਬੋਲ ਪਏ ਨੇ ਉਹਨੇ ਮੁਖਤਲਿਫ ਜ਼ਬਾਨਾਂ 'ਚ ਫਿਰ ਹੈ ਉਹਦਾ ਇੱਕੋ ਹੀ ਉਹ ਤਾਂ वो पेट बना ही ना वो लगा बुलबुला उन्होंने वो गाया ऐसे चढ़ गया बुलबुला ਗੁੱਡੀ ਚੜ ਗਈ ਭਾਜੀ हाँ जी बुलबुला हो गई भाजी ਬਸ ਦੇਖੋ ਜੀ ਇਹ ਚੀਜ਼ਾਂ ਸਾਨੂੰ ਕੀ ਕਹਿੰਦੇ ਹੋ ਤੁਸੀਂ ਮੈਨੂੰ ਇਹ ਚੀਜ਼ਾਂ ਹੁਣ ਨਹੀਂ ਲੱਭ ਰਹੀਆਂ ਅੱਜ ਕੱਲ੍ਹ ਦੇ ਬੱਚੇ ਆ ਮੇਰੇ ਹੱਥ 'ਚ ਜਿਹੜਾ ਮੋਬਾਈਲ ਬੜਿਆ ਨਾ ਸ਼ੈਤਾਨੀ ਚਰਖਾ ਇਹਨੂੰ ਲੈ ਕੇ ਨੁਕਰੇ ਲੱਗੇ ਹੁੰਦੇ ਨੇ ਔਰ ਸਾਰੀ ਰਾਤ ਸਾਰਾ ਦਿਨ ਇਹਦੇ ਤੇ ਗੁਜ਼ਾਰ ਦਿੰਦੇ ਨੇ ਮੇਰੇ ਹਾਲੇ ਜੋ ਸਾਨੂੰ ਚੀਜ਼ਾਂ ਇੱਥੇ ਮਿਲ ਕੇ ਬਹਿ ਕੇ ਵੱਡਿਆਂ ਦੀ ਮਹਿਫਲਾਂ 'ਚ ਮਿਲਦੀਆਂ ਨੇ ਨਾ ਉਹ ਸਾਨੂੰ ਇਹਦੇ ਤੋਂ ਨਹੀਂ ਮਿਲਦੀਆਂ अच्छा ये भी जिम्मे बड़ा कोई नहीं है वो फालो में चढ़ता नहीं फोन में ਅੱਜ ਕੱਲ੍ਹ ਦੀ ਜਨਰੇਸ਼ਨ ये हाँ वो कोशिश करता पे है हाँ, ਤੁਹਾਡੇ ਕੋਲ ਇਨਕਮ ਫੋਨ ਵਾਸਤੇ ਪਾ ਇਹ ਅੱਜ ਕੱਲ੍ਹ ਦੀ ਜਨਰੇਸ਼ਨ ਨਾ ਬੜਾ ਸ਼ੈਤਾਨ ਨੇ ਪੂਰਾ ਇੱਥੇ ਕਿਹਨਾਂ ਦਿਮਾਗ ਚੁੱਕ ਕਰਕੇ ਬੈਠਾ ਹੈ ਉਹਨਾਂ ਪਹਿਲੇ ਐਸਾਂ ਬੈਠਕਾਂ ਹੁੰਦੀਆਂ ਸੀ ਮਹਿਫਲਾਂ ਹੁੰਦੀਆਂ ਸੀ ਉਹਦੇ 'ਚ ਬੈਠੀ ਦਾ ਸੀ ਖੈਰ ਅਸੀਂ ਯਾਨੀ ਉਦੋਂ ਸੁਣਦੇ ਸਾਂ ਵੱਡਿਆਂ ਦੀ ਤਾਂ ਹੁਣ ਜਦੋਂ ਸਾਡਾ ਉਹ ਸਾਡੀ ਉਸ ਪੀੜ੍ਹੀ 'ਚ ਅਸੀਂ ਦਾਖਲ ਹੋ ਗਏ ਤਾਂ ਹੁਣ ਉਹ ਮਹਿਫਲਾਂ ਹੀ ਖਤਮ ਹੋ ਗਈਆਂ ਹੁਣ ਜਿਹੜਾ ਨਾ ਉਹ ਤੁਹਾਡਾ ਟਾਈਮ ਹੈ ਤੁਸੀਂ ਮਹਿਫਲਾਂ ਲਾਓ ਨਾ ਅਗਲੀ ਨਸਲ ਵਾਸਤੇ। ਮਸਲਾ ਅਸੀਂ ਤਾਂ ਲਾਉਂਦੇ ਹਾਂ ਭਾਈ ਅਸੀਂ ਹਜੇ ਵੀ ਤੁਸੀਂ ਆਓ ਮੇਰੇ ਨਾਲ ਮੇਰੇ ਕਿਤੇ ਘਰ ਆਓ ਤੇ ਮੈਂ ਇਕੱਲਾ ਕੁਰਸੀ ਤੇ ਬਾਹਰ ਬੈਠਾ ਹੁੰਦਾ ਅੱਲਾ ਮੈਂ ਬੈਠਾ ਹੁੰਦਾ ਉਹ ਆਪਾਂ ਬੰਦਿਆਂ ਦਾ ਜਿਹੜੀ ਕਲਮ ਕੱਲਾ ਸੀ ਨਾ ਰੱਬ ਦੇ ਨਾਲ ਰਸੂਲ ਨਾਲ ਲਾਈ ਇਹ ਵੇ ਕਲਮ ਕੱਲਾ ਸੀ ਨਾ ਰੱਬ ਨਾਲ ਰਸੂਲ ਨਾਲ ਲਾਈ ਸੀ ਇਹ ਕੱਲਾ ਜੀ ਅੱਛਾ ਜੀ ਲੇਕਿਨ ਇੱਕ ਚੀਜ਼ ਹੈਗਾ ਨਾ ਕੁਝ ਬੇਸ਼ੱਕ ਤੁਹਾਡੀ ਗੱਲ ਤੋਂ ਮੈਂ ਇਨਕਾਰੀ ਤੇ ਨਹੀਂ ਕਰਾਂਗਾ ਲੇਕਿਨ ਉਹ ਜਿਹੜੇ ਪੁਰਾਣੀਆਂ ਮਹਿਫਲਾਂ ਜਿਸ ਤਰ੍ਹਾਂ ਦੇਖੋ ਨਾ ਤੁਸੀਂ ਹੁਣ ਬੈਠੇ ਹੋ ਬਾਜ਼ ਜੋ ਬੜੀ ਕੰਮ ਦੀ ਗੱਲ ਬਹੁਤ ਮਾਰਫਤ ਦੀ ਗੱਲ ਜਿਸੇ ਤੁਸੀਂ ਕਰਦੇ ਹੋ ਬੜੀ ਮਾਰਫਤ ਦੀਆਂ ਗੱਲਾਂ ਜਿਹੜੀਆਂ ਨਾ ਉਹ ਇਸ ਤਰ੍ਹਾਂ ਹੀ ਪਤਾ ਲੱਗਦਾ ਇਲਮ 'ਚ ਇਜ਼ਾਫਾ ਹੁੰਦਾ ਕਈ ਉਹਦੇ 'ਚ ਇਹ ਵੀ ਹੁੰਦਾ ਕਿ ਕਈ ਇੱਕ ਯਾਨੀ ਕਾਫੀ ਦੇਰ ਤੋਂ ਕੋਈ ਆਪਣੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹਨੂੰ ਸਮਝਾ ਨਹੀਂ ਪੈਂਦਾ ਉਹ ਇਹੋ ਜਿਹੀ ਮਹਿਫਲ 'ਚੋਂ ਲੱਭ ਜਾਂਦਾ ਯਾਰ ਐ ਮੈਨੂੰ ਇੱਥੋਂ ਲੱਭ ਗਿਆ ਮੇਰੇ
सर को दर तेरा मिल गया मुझे अब तलाशी हरम नहीं मेरे सर को दर तेरा मिल गया मुझे अब तलाशी हरम नहीं चंद यार ही में तू याद है फिर निगाह करम कुछ कम नहीं ਸੁਭਾਨ ਅੱਲਾ ਸੁਭਾਨ ਅੱਲਾ ਜੀ ਸਰ ਜੀ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਫਿਰਦੇ ਟੁਰਦੇ ਐਵੇਂ ਹੀ ਇੱਥੇ ਆ ਗਿਆ माशाल्लाह लवली रहमत ਮਾਸ਼ਾਅੱਲਾ ਜਿਹੜਾ ਨਾ ਫਿਰ ਯਾਨੀ ਤੁਹਾਡੇ ਨਾਲ ਤਾਰਫ ਹੋ ਗਿਆ ਗੱਲਬਾਤ ਹੋ ਗਈ ਹੁਣ ਦੇਖੋ ਨਾ ਹੁਣ ਗੱਲਾਂ ਜੋ ਗੱਲਾਂ ਨਿਕਲ ਰਹੀਆਂ ਨੇ ਇਹੋ ਹੀ ਇਲਮ ਦਾ ਖਜ਼ਾਨਾ ਹੈਗਾ ਇਹ ਜਿਹੜਾ ਤੁਹਾਨੂੰ ਕਿਤਾਬਾਂ 'ਚੋਂ ਨਹੀਂ ਲੱਭਣਾ ਤੁਹਾਡਾ ਦਿਲ ਕਰਦਾ ਹੁਣ ਫੇਰ ਹੈ ਨੂੰ ਤੁਹਾਡਾ ਕਿਤਾਬਾਂ 'ਚੋਂ ਇਹ ਖਜ਼ਾਨਾ ਨਹੀਂ ਲੱਭਣਾ ਮੈਂ ਵੇਖਿਆ ਤੁਸੀਂ ਲੱਗੇ ਹੁੰਦਾ ਹੈ किताबां थके पर अपने आप ने पढ़िया ही ना ਜੀ ਜੀ ਕੀ ਬਾਤ ਕੋਈ ਗੱਲ ਨਹੀਂ ਇਹ ਇੱਕ ਸਾਡੀ ਬੈਠਕ ਹੈ ਤੇ ਜਿਹੜੇ ਕੋਈ ਇਹਦੇ 'ਚ ਕੋਈ ਇਹ ਨਹੀਂ ਕਿ ਸਾਡੀ ਕੋਈ ਸਿਆਸੀ ਗੱਲ ਹੋ ਰਹੀ ਹੈ ਹਾਂ ਬਿਲਕੁਲ ਤਾਂ ਜਿਹੜੀ ਗੱਲ ਕਰ ਕੈਮਰਾ ਫੋਨ ਤੇ ਆ ਗਿਆ ਬਾਬਾ ਤਾਂ ਆਓ ਹੈਗਾ ਅਜੇ ਆਹੋ ਮੈਨੂੰ ਪਤਾ ਹੈ ਜਿਹੜਾ ਇਹ ਉਹ ਚੀਜ਼ਾਂ ਹੈਗੀਆਂ ਨੇ ਕਿ ਕਿਤੇ ਤੁਹਾਡੇ ਸਾਹਮਣੇ ਇਹ ਚੀਜ਼ ਆ ਗਈ ਨਾ ਕਿ ਯਾਰ ਅਸੀਂ ਰਲ ਕੇ ਬੈਠੇ ਸਾਂ ਉਹਦੇ 'ਚ ਇਹ ਗੱਲਾਂ ਹੋਈਆਂ ਸੀ ਬੜੀ ਯਾਨੀ ਕਿ ਮਤਲਬ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਅੱਛਾ ਪੜ੍ਹ ਰਹੇ ਅੱਛਾ ਪੜ੍ਹਦੇ ਅੱਛਾ फिर याद आ गई ਜੀ ਜੀ ਉਹ ਕੈਮਰਾ ਮੈਨ ਆ ਜਾਏਗਾ ਨਾ भी दास फिर याद आ ਸਰ ਜੀ ਸੁੱਟੋ ਫਿਰ ਇਹਦੇ ਤੇ ਕੁਛ ਅੱਗੇ ਬੋਲੀ ਦਾਸਤਾਨ ਯਾਦ ਆ ਗਈ ਤੁਸੀਂ ਅੱਗੇ ਵੀ ਕਹੋ ਨਾ ਅਗਲੀ ਗੱਲ ਨਹੀਂ ਇਹ ਜ਼ਿੰਦਗੀ ਦੇ ਮੇਲੇ ਨੇ ਸਰ ਜੀ ਦੇਖੋ ਅੱਜ ਅਸੀਂ ਹੈਗੇ ਹਾਂ ਤੇ ਕੱਲ ਜਾਂ ਪਰਸੋਂ ਪਤਾ ਨਹੀਂ ਸਾਡੇ 'ਚੋਂ ਕੋਈ ਹੋਵੇਗਾ ਨਾ ਹੋਵੇ ਆ ਜੰਨਤ ਸੇ ਫਰਿਸ਼ਤੇ याद अपनी दिलाई तो दुनिया भूल गए ਇਸ ਤਰ੍ਹਾਂ ਹੀ याद अपनी दिलाई तो दुनिया भूल गए ਦੁਨੀਆ ਬੋਲ ਗਏ ਬਿਲਕੁਲ ਜ਼ਬਰਦਸਤ ਜੀ। ਮੈਂ ਤਾਂ ਦੁਆ ਕਰਨਾ ਮਹਿਫਲਾਂ ਵਾਪਸ ਲੋਟ ਆਉਣ ਅਸੀਂ ਉਸੇ ਪੁਰਾਣੇ ਜ਼ਮਾਨੇ ਚਲੇ ਹੀ ਹੈ ਜਿਹਦੇ ਨਾ ਫਿਕਰ ਨਾ ਫਾਕਾ ਅੱਲਾ ਯਾਨੀ ਨਾ ਕੋਈ ਇਹ ਹੁੰਦਾ ਸੀ ਕਿ ਮੈਂ ਅੱਜ ਇਹ ਨਹੀਂ ਖਾਣਾ ਤਾਂ ਉਹ ਖਾਣਾ ਤੇ ਇਹ ਨਹੀਂ ਪਾਣਾ ਤੇ ਉਹ ਪਾਣਾ ਤੇ ਇਹ ਚੀਜ਼ ਮੈਨੂੰ ਨਹੀਂ ਚਾਹੀਦੀ ਅੱਜ ਕੱਲ੍ਹ ਦੇ ਜਿਵੇਂ ਬੱਚੇ ਉਦੋਂ ਜੋ ਹੁੰਦਾ ਸੀ ਖਾ ਪੀ ਜਾਂਦੇ ਸਾਂ ਯਾਨੀ ਸਾਡੇ ਜ਼ਮਾਨੇ 'ਚ ਦੇਖੋ ਰੋਟੀ ਤੇ ਚੀਨੀ ਰੱਖ ਕੇ ਅਸੀਂ ਖਾ ਲਈ ਸੁੱਕੀ ਰੋਟੀ ਖਾ ਲਈ ਚਟਨੀ ਬਣਾ ਕੇ ਖਾ ਲਈ ਫਿਰ ਉਹ ਯਾਨੀ ਤੁਸੀਂ ਤਾਂ ਸਾਡੇ ਤੋਂ ਮਾਸ਼ਾਅੱਲਾ ਹੋਰ ਪਿੱਛੇ ਮੈਂ ਖੂਬਸੂਰਤ ਜ਼ਮਾਨੇ 'ਚ ਹੈਗੇ ਸੋ तरह यहाँ गंडा बढ़िया होते मारी ਗੰਡਾ ਮਾਰਿਆ ਬਿਲਕੁਲ ਅਸੀਂ ਕੀਤਾ ਹੋਇਆ ਤਾਂ 10-12 ਬੱਚੇ ਮਾਇਨੇ ਰੱਖ पर ये होनी है जिन्होंने मर्जी लो ਹੈ ਸਰ ਜੀ 10-12 ਬੱਚੇ ਅੱਜ ਕੱਲ ਕਿਸੇ ਘਰ ਜਾਓ ਨਾ ਰੋਟੀ ਖਵਾਉਂਦੇ ਨੇ ਅਸੀਂ ਇਸ ਗੱਲ ਦੇ ਆਈ ਵਿਟਨੈਸ ਹੈਗੇ ਆ ਕਿ ਜਿਸ ਘਰ ਚਲੇ ਗਏ ਉਹ ਅੰਮਾ ਉੱਥੇ ਚੁੱਲ੍ਹੇ ਅੱਗੇ ਬੈਠੀ ਤਾਂ ਉਹਨਾਂ ਨੇ ਕਹਿਣਾ ਜਨਾਬ ਬੈਠੋ ਰੋਟੀ ਦਾ ਬੱਚੇ ਚਲੋ ਬੱਚਿਓ ਰੋਟੀ ਖਾਓ ਤੇ ਜੇ ਕਿਸੇ ਨੇ ਇੱਕ ਬੰਦੇ ਬੱਚੇ ਨੇ ਕਿਹਾ ਹੀ ਤਾਂ ਮੈਂ ਨਹੀਂ ਖਾਣੀ ਉਹ ਚੱਲ ਕੰਜਰਾ ਮੈਨੂੰ ਪਤਾ ਤੇਰੇ ਘਰ ਜਿਹੜੀ ਮੁਰਗੀ ਪੱਕੀ ਹੋਣੀ ਉੱਥੇ ਵੀ ਦਾਲ ਹੀ ਪੱਕੀ ਹੋਣੀ ਖਾ ਇਸ ਤਰ੍ਹਾਂ ਹੀ ਉਹਨੇ ਚਿਮਟਾ ਫੜ ਲੈਣਾ ਖਾ ਮੈਂ ਕੇ ਕਹਿੰਦਾ ਮੈਨੂੰ ਪਤਾ ਜਿਹੜੀ ਤੇਰੇ ਘਰ ਮੁਰਗੀ ਪੱਕੀ ਹੋਣੀ ਹੈ ਉਹ ਵੇਲੇ ਨਹੀਂ ਆ ਸਕਦੇ ਹੁਣ ਮੰਮੀ ਡੈਡੀ ਵਾਲਾ ਦੌਰ ਆ ਗਿਆ ਹੁਣ ਨਾ ਉਹ ਨਿਜ਼ਾਮਦੀਨ ਆਉਣਾ ਤੁਸੀਂ ਤਾਂ ਸੁਣਿਆ ਹੋਣਾ ਨਿਜ਼ਾਮਦੀਨ ਨੂੰ ਨਾ ਕੈਮਦੀਨ ਆਉਣਾ तो नहीं जो करना है ਨਾ ਕੈਮਦੀਨ ਆਉਣਾ ਨਾ ਕਾਇਮਦੀਨ ਆਉਣਾ कर दिया उन्हें की तो है आज है कल नहीं ਇਸ ਤਰ੍ਹਾਂ ਹੀ ਹੁਣ ਤਾਂ ਰੈਡੀਮੇਡ ਚੀਜ਼ਾਂ ਆ ਗਈਆਂ ਨੇ ਹੁਣ ਉਹ ਨਹੀਂ ਮਿਲਦੀਆਂ ਬੱਚੇ ਬਹਿ ਜਾ ਤੂੰ ਵੀ ਕਿਹੜੇ ਕੁਰਸੀ ਫੜ ਗਏ ਬੈਠੋ ਤੁਸੀਂ ਮੈਂ ਕਿਹਾ ਸ਼ਾਪਿੰਗ ਵਾਸਤੇ ਆਏ ਹੋਣੇ ਹੋ ਬਿੱਲੀ ਕੀ ਕਰਦੀ ਹੈ ਬਿੱਲੀ ਇਹ ਹੁਣ ਨਹੀਂ ਲੱਭਦੀਆਂ ਇੱਧਰ ਆ ਜਾਓ ਕਿਹੜੇ ਕੁਰਸੀ ਬੈਠੋ ਥੋੜੀ ਦੇਰ ਇਹ ਤੁਹਾਡੇ ਨਾਲ ਮੈਂ ਨਹੀਂ ਨਹੀਂ ਇੱਥੇ ਆ ਜਾਓ ਮੈਂ ਕਿਹਾ ਇਹ ਗੱਲਾਂ ਤੁਹਾਨੂੰ ਘੱਟ ਹੀ ਮਿਲਣਗੀਆਂ ਆਜੋ ਤੁਸੀਂ ਇਹ ਗੱਲਾਂ ਤੁਹਾਨੂੰ ਹੁਣ ਕਿਤਾਬਾਂ 'ਚ ਵੀ ਨਹੀਂ ਲੱਭਣੀਆਂ ਨਹੀਂ ਇਹ ਕਿਹੜੇ ਮਹਿਫਲਾਂ ਲੱਗਦੀਆਂ ਨੇ ਇਹ ਬਿੱਲੀ ਕੀ ਕਰਦੀ ਤੁਸੀਂ ਇਹਦੇ ਬਾਰੇ ਕੁਝ ਕਹੋ ਦੱਸੋ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਹੈ ਮੇਰੀ ਏਜ ਸਾਰੀ 23-24 ਸਾਲ 24 ਸਾਲ ਮੇਰੀ ਏਜ ਹੈ। ਤੇ 24 ਸਾਲ 'ਚ ਤੁਸੀਂ ਇਹੋ ਜਿਹੀਆਂ ਕੋਈ ਮਹਿਫਲਾਂ ਅਟੈਂਡ ਕੀਤੀਆਂ ਹੀ ਹੋਣੀਆਂ ਨੇ ਹਾਂਜੀ ਕੀ ਪਾਇਆ ਉਹਦੇ 'ਚ ਅੱਜ ਕੱਲ੍ਹ ਤਾਂ ਵੈਸੇ ਮਹਿਫਲ ਵੀ ਥੋੜੀਆਂ ਰੂਟੀਨ ਤੋਂ ਹਟ ਕੇ ਦੂਸਰੀਆਂ ਮਹਿਫਲਾਂ ਹੁੰਦੀਆਂ ਚੇਂਜ ਹੋ ਨੇ ਗਈਆਂ ਨੇ ਚੇਂਜ ਹੋ ਗਈਆਂ ਨੇ ਵਕਤ ਦੇ ਨਾਲ ਚੇਂਜ ਹੋ ਗਈ ਗੈਦਰਿੰਗ ਵਕਤ ਚੇਂਜ ਨਾਲ ਸਾਰਾ ਕੁਝ ਉਹ ਜਿਵੇਂ ਫਾਸਟ ਦੌਰ ਹੋ ਗਿਆ ਉਸ ਤਰ੍ਹਾਂ ਹੀ ਹਰ ਚੀਜ਼ ਸਪੀਡੀ ਹੋ ਗਈ ਹੈ ਦੇਖਿਆ ਉਹ ਅਸੀਂ ਤੇ ਨਹੀਂ ਨਾ ਵੇਖਿਆ ਜਿਹੜਾ ਆਪਣਾ ਜੀ कोई बात नहीं है देखा ਆਹੋ ਕੁਝ ਵੇਖਣ ਦਾ ਆ ਜਿਹੜੀ ਵੀਡੀਓ ਤੁਹਾਡਾ ਇਹ ਨੈਚੁਰਲ ਟੀਵੀ ਵੀ ਆ ਰਿਹਾ
ਬਕਾਇਦਾ ਭਾਈ ਇਸ ਟਾਈਮ ਔਨ ਰਿਕਾਰਡ ਗੱਲਾਂ ਜਾ ਰਹੀਆਂ ਨੇ ਔਰ ਸੁਣੀਆਂ ਜਾ ਰਹੀਆਂ ਨੇ ਕੋਈ ਇਹ ਨਹੀਂ ਕਹੇਗਾ ਕਿ ਭਾਈ ਇਹ ਗੱਲ ਯਾਨੀ ਸੈਂਸਰ ਵਾਲੀਆਂ ਕੋਈ ਗੱਲਾਂ ਨਹੀਂ ਹੈਗੀਆਂ ਇਹ ਤਾਂ ਉਹ ਮੋਤੀ ਨੇ ਜਿਹੜੇ ਸਾਰੇ ਮੇਰਾ ਹਾਲੇ ਪਸੰਦ ਹੀ ਕਰਨਗੇ ਕਿਉਂਕਿ ਹੁਣ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਆ ਚਲੋ ਇਧਰ ਆ ਜਾਓ ਤੁਹਾਡੀ ਮਿਹਰਬਾਨੀ ਯਾਰ 5-6 बिस्मिल्लाहिर्रहमानिर्रहीम। नाज़रीन, एक नई वीडियो के साथ हाज़िर खिदमत हूँ और तमाम नाज़रीन का बहुत बहुत शुक्रिया अदा करता हूँ जो मेरी वीडियोस देखते हैं, पसंद करते हैं और कमेंट्स बॉक्स में जाके मेरी रहनुमाई करते हैं। आज एक दफ़ा फिर मैं गया था बाबा भोला पीर के दरबार पर और वहाँ पर जस्ट 3-4 बुज़ुर्ग बैठे थे, आपस में गपशप पुराने दौरों की किस्से चल रहे थे। वो वीडियो बनाई, इंशाल्लाह आप देखेंगे, आपको मज़ा आएगा। लेकिन थोड़ी सी बदमज़गी एक साहब ने इस तरह अपना बना दी कि वो मेरा ख्याल पुलिस वाला था, मेरा ख्याल यकीनन पुलिस वाला था, तो धमकियाँ देना शुरू कर दिया कि जनाब आपने वीडियो क्यों बनाई, आप वीडियो अपलोड करो तो मैं ये कर दूँगा, मैं वो करता हूँ, आप मुझे जानते नहीं। तो मुझे समझ नहीं है, मैंने कहा भाई इस वीडियो में मसला क्या कहते हैं, ये आपने पूछा? मैंने कहा इन बुज़ुर्गों से पूछा जो बैठे हुए थे, पूछ के मैंने वीडियो बनाई और आपके सामने कोई मैं लुक छुप के नहीं बनाई, कोई खुफिया कैमरे के साथ नहीं, ओपनली वीडियो बनाई है और इसमें कोई ऐसी बात नहीं है। कोई इसमें मैंने ये नहीं बताया कि अंदर चर्च चल रही है, अंदर अफीम चलती है, अंदर 2 नंबर कारोबार होता है जो अमूमन ये मज़ारात पे होते हैं। मैं तो जस्ट ओपन खुली कचहरी कह लें बैठे हुए थे तो मज़ा आ रहा था मैंने, क्योंकि मेरा तो काम यूट्यूब पे वीडियोस अपलोड करना है और अभी मैं उस तरफ गया भी नहीं जो 2 नंबर कामों को ज़ाहिर करें, क्योंकि वो एक अलग ही फड्डा है, इसलिए मैं इस फड्डे में नहीं पढ़ना चाहता। ये हर बाज़ार पे होता है। तो मैं तो जस्ट एक एंजॉयमेंट के लिए, पुराने एक 80 साल के माशाल्लाह बुज़ुर्ग थे, वो आप भी देखेंगे तो मज़ा आएगा। वो अपनी पुरानियाँ कहानियाँ और बीच में शेर और बीच में इंडियन गाने वो सब चल रहा था, सुना रहे थे, हम अपनी याददाश्त बयान कर रहे थे, वो अपनी कर रहा था। 1-2 साहब और भी में शामिल हो गए, उसने आके बदमज़गी शुरू कर दी कि जी अपलोड। मैं चला अपलोड तो करूँगा, मुझे तो यानी इसमें कोई आर नहीं है ना डर है, क्योंकि मैंने कोई इसमें कोई ऐसा काम नहीं किया कि जिसमें मुझे वो थाने बुलाएं या मेरी खींचातानी करें। अगर ज़बरदस्ती करेंगे तो वो देखा जाएगा, इंशाल्लाह कोई मसला नहीं है। लेकिन वीडियो में आप अपलोड करूँगा ये, और जब टाइम आएगा, ठीक है, आप देखिएगा ये वो वीडियो, लाजमी आप लोगों को मज़ा आएगा। और कमेंट्स बॉक्स में मुझे ज़रूर बताइएगा कि इस वीडियो में मैंने कौन सी ऐसी बात कर दी, किस कानून के ख़िलाफ़ वर्जी कर दी। को साहब मुझ पर ना मेरी उम्र का लिहाज कर रहे थे, ऊपर कहते जी मैं छोटे बड़ा का लिहाज नहीं कर रहा, यानी इंतहाई बदतमीज़ी के साथ। मैं चाहता तो मैं ये वीडियो भी बना लेता, मेरे हाथ में कैमरा था, मेरे हाथ में मोबाइल की सूरत में कैमरा भी था और वो ऑन था, उसकी बातें मैं आप लोगों को सुना सकता, लेकिन मैं किसी फड्डे में नहीं पढ़ना चाहता था। सीधी बात है। दूसरे भी बुजुर्ग कहते हैं यार जान दो, तुसी नहीं जान दे, बंदा ही हो जाएगा, रहने दो। तो मैंने खैर वो उसे कहते हैं डिलीट करो, मैंने उसे पकड़ा दी। मैंने कहा डिलीट करो, उसने वीडियो जहाँ से डिलीट की, लेकिन आपको पता है वो डस्टबिन में चली जाती है, वहाँ मौजूद होती है वीडियो। वो मैंने दोबारा रिस्टोर कर ली, वो मैं अपने पास रखूँगा, इंशाल्लाह वो मैं अपलोड करूँगा, आप लोग देखिएगा, फिर मुझे बताइएगा। अगर मेरा फॉल्ट है, मैं जाके 10 पे 10 उस बंदे से माज़रत करूँगा, माफ़ी मांगूँगा। और इन बंदों से इनके सामने कैमरे के साथ बड़े मैंने वीडियो, ये भी हुई एक खुफिया कैमरा होता है ना, वो होती है छुप के वीडियो बनाना। एक होता है सामने, मेरा मोबाइल बड़ा है, ये बड़ा मोबाइल है, तो ये तो सामने नज़र आता है। फिर मैंने उन बुज़ुर्गों से पूछा, बेशक वो भी चाहे इनकार कर दें जी हमसे नहीं पूछा, लेकिन ये कैमरा सामने नज़र आ रहा जो मैंने बनाया। अब मुझे समझ नहीं आती वो किस नशे में था या क्या उसे किस नशे की मस्ती थी, कौन से उसके बाद ताकत थी। ये वो लोग हैं, अगर ज़रा सा कोई बड़ा बंदा आ जाए तो कि इसके पाँव में लोट पोट होकर दुम हिलाते हैं, आप समझ ही गए होंगे मैं क्या कहना चाह रहा हूँ। और कोई छोटा सा माड़ा सा बंदा आ जाए तो उस पर खुर्राना और भौंकना शुरू कर देते हैं। यानी ये चीज़ नहीं चलती। अगर हुकामे वाला भी देख रहे हैं तो खुदारा अपने इनके इखलाकियात सिखाएँ अपने इन बंदों को कि ऐसा ना करें, क्योंकि ऐसे कब तक गरीब अवाम तक कब तक जुल्म होगा। आखिर एक दिन वो लावा पकेगा तो उबलेगा तो बाहर निकलेगा तो क्या होगा, फिर ये कुछ नहीं कर सकते। कितने हो गए, ये 22 करोड़ अवाम है। मैं तो आगे ही अवाम को कहता हूँ कि खुदारा आप अपने हुकूक के लिए निकलो, अपने हुकूक के लिए आप आवाज़ उठाओ, वरना हमारे साथ यही होता रहेगा जो हो रहा है। अरशद शरीफ देख लें, वो इमरान रियाज खान देख लें,
دوسرے وہ ایاز میر دیکھ لیں، یعنی ان کے ساتھ بھی یہ تو بڑے مشہور و معروف ہستی ہیں، انہیں نہیں چھوڑا، میں تو کس کھیت کی مولی ہوں، لیکن ڈر میرے اللہ کا ہے، میں صرف اللہ سے ڈرتا ہوں، کسی سے نہیں ڈرتا، جو انہوں نے کرنا ہے کر لیں، میں نے کوئی ناجائز کام نہیں کیا، کوئی خلاف قانون بات نہیں کی، ایک جسٹ انجوائمنٹ کے لیے ویڈیو بنائی اور انشاءاللہ میں اپلوڈ کروں گا، اگر اس پہ وہ مجھے کوئی دفعہ لگا دیں تو لگا دیں، میں جھیلنے کے لیے تیار ہوں، تو انشاءاللہ میں سامنا کرنے کے لیے بھی تیار ہوں، جب موقع آیا تو انشاءاللہ میں یہ ویڈیو اپلوڈ کروں گا، آپ لوگ ضرور دیکھیے گا، اس کے بعد میں وہ ویڈیو چلے گی جس سے انہوں نے کہا تھا کہ جی یہ آپ بند کریں تو یہ کریں یا آپ خلاف ورزی کر رہے ہیں، آپ ویڈیو دیکھ کے خود فیصلہ کر لیجئے گا کہ میں نے کون سی خلاف ورزی کی ہے یا کون سی سینس کی انتفاعات توڑی ہیں، یعنی امیر آدمی سپریم کورٹ کے سامنے اسلام آباد ہیڈ کوارٹر بڑوں کے ہیڈ کوارٹر کے سامنے کھڑے ہو کے گالیاں کر رہے ہیں، وہ خلاف قانونی ہے، اگر ہم یہ چھوٹی سی ویڈیو بنا لیں یہ خلاف قانون بات ہے، خدا را قانون ایک رکھیں، اگر یہ میرے جو اپنا یہ قانون کے خلاف ہے تو مجھے پھانسی دے دے، لیکن پھر بڑوں کو بھی پکڑیں، صرف یہی نہیں بڑوں کو بھی پکڑیں اور ان کا بھی محاسبہ کریں، اس کے آگے تو دم ہلاتے ہیں، ان کے آگے تو کوئی بھی نہیں بولتا، اور غریب آدمی اگر ذرا کوئی کر لے تو وہ پھر خلاف توقع اور خلاف قانون بات ہو جاتی ہے۔ امید کرتا ہوں میری ویڈیو پسند آئے گی، ضرور دیکھیے گا وہ بھولا پیر کی ویڈیو، اور انشاءاللہ وہ بھی پسند آئے گی، کمنٹ باکس میں اپنی رائے دیجیے گا، ایک نئی ویڈیو کے ساتھ پھر انشاءاللہ حاضر خدمت ہوں گا۔ السلام علیکم ورحمۃ اللہ وبرکاتہ۔